ਲੜੀਵਾਰ ਕਥਾ ਰਾਗ ਸੂਹੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। 740 ਅੰਗ ਤੇ ਕਥਾ ਪਹੁੰਚੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਸ਼ਬਦ ਨੇ, ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਰਹਿਣ ਨਾ ਪਾਵੇ ਸੁਰ ਨਰ ਦੇਵਾ। ਰਾਗ ਸੂਹੀ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਨੇ। ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਵੈਰਾਗਮਈ ਉਪਦੇਸ਼ ਹੈ। ਨਹੀਂ ਰਹਿਣ ਪਾਉਂਦੇ, ਚਾਹੇ ਉਹ ਦੇਵਤੇ ਨੇ, ਚਾਹੇ ਉਹ ਮਨੁੱਖ ਨੇ, ਚਾਹੇ ਉਹਨਾਂ ਮਨੁੱਖਾਂ ਦੇ ਦੇਵ ਰਾਜੇ ਨੇ, ਕੋਈ ਵੀ ਨਹੀਂ ਰਹਿਣ ਵਾਲਾ। ਇਹ ਸੰਸਾਰ ਦੀ ਸੱਚਾਈ ਹੈ। ਹਾਂਜੀ। ਊਠ ਸਿਧਾਰੇ ਕਰ ਮੁਨ ਜਨ ਸੇਵਾ। ਬੜੇ ਮੁਨੀ ਬੜੇ ਜਨ ਇਸ ਸੰਸਾਰ ਵਿੱਚ ਸੇਵਾ ਕਰਕੇ ਉੱਠ ਕੇ ਚਲੇ ਗਏ। ਊਠ ਸਿਧਾਰੇ ਉੱਠ ਕੇ ਚਲੇ ਗਏ। ਉਠਾਲਾ ਹੋ ਗਿਆ ਉਹਨਾਂ ਦਾ। ਗਿਣਤੀ ਨਹੀਂ ਹੈ ਕਿੰਨੇ ਕਹਨ। ਹਾਂਜੀ। ਜੀਵਤ ਪੇਖੇ ਜਿਨਿ ਹਰ ਹਰ ਧਿਆਇਆ। ਪਰ ਜਿਨ੍ਹਾਂ ਨੇ ਹਰੀ ਨੂੰ ਧਿਆਇਆ ਹੈ ਉਹ ਜਿਉਂਦੇ ਵੇਖੇ ਜਾਂਦੇ ਨੇ। ਤੁਸੀਂ ਆਖੋਗੇ ਜਿਹੜੇ ਹਰੀ ਨੂੰ ਧਿਆਉਂਦੇ ਨੇ ਉਹ ਕਿਵੇਂ ਜੀਵਦੇ ਨੇ? ਜਦੋਂ ਉਹਨਾਂ ਦਾ ਨਾਂ ਜੀਵਤ ਰਹਿੰਦਾ ਹੈ, ਜਦੋਂ ਉਹਨਾਂ ਦਾ ਨਾਂ ਲੈ ਕੇ ਲੋਕ ਸੀਸ ਝੁਕਾਉਂਦੇ ਹੈ, ਤਾਂ ਫਿਰ ਉਹ ਜਿਉਂਦੇ ਹੀ ਨਹੀਂ। ਸਰੀਰ ਕਰਕੇ ਕਬੀਰ ਜੀ ਮਹਾਰਾਜ ਜੀ ਨੂੰ ਗਿਆ ਭਾਵੇਂ ਬਹੁਤ ਸਾਲ ਹੋ ਗਏ ਹੋਣਗੇ, ਪਰ ਕਬੀਰ ਜੀ ਨੂੰ ਮੰਨਣ ਵਾਲੇ ਕਦੇ ਨਹੀਂ ਕਹਿੰਦੇ ਕਿ ਕਬੀਰ ਜੀ ਕਿਤੇ ਗਏ ਨੇ। ਉਹ ਕਹਿੰਦੇ ਅੱਜ ਵੀ ਨੇ। ਮਹਾਰਾਜ ਭਗਤ ਰਵਿਦਾਸ ਜੀ ਨੂੰ ਸਰੀਰ ਕਰਕੇ ਗਿਆ ਬਹੁਤ ਸਾਲ ਹੋ ਗਏ ਹੋਣਗੇ, ਪਰ ਰਵਿਦਾਸ ਜੀ ਨੂੰ ਜਾਣਨ ਵਾਲੇ, ਉਹਨਾਂ ਦੀ ਬਾਣੀ ਨੂੰ ਪੜ੍ਹਨ ਵਾਲੇ ਅੱਜ ਵੀ ਇਹੀ ਮੰਨਦੇ ਨੇ ਕਿ ਉਹ ਹਾਜ਼ਰ ਨੇ। ਆਉਣ ਵਾਲੇ ਦਿਨਾਂ 'ਚ 27 ਫਰਵਰੀ ਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ। ਉਹ ਜਿਉਂਦੇ ਵੇਖੇ ਜਾਂਦੇ ਨੇ ਜਿਹੜੇ ਹਰੀ ਦਾ ਨਾਮ ਧਿਆਉਂਦੇ ਨੇ। ਉਹ ਸदैवी ਸੰਸਾਰ ਵਿੱਚ ਸਥਿਰ ਹੋ ਜਾਂਦੇ ਨੇ। ਹਾਂਜੀ। ਸਾਧ ਸੰਗ ਤਿਨਿ ਦਰਸ਼ਨ ਪਾਇਆ। ਸਾਧ ਸੰਗਤ ਦੇ ਦੁਆਰਾ ਮੈਂ ਤਿਨਾਂ ਦੇ ਦਰਸ਼ਨ ਪ੍ਰਾਪਤ ਕੀਤੇ ਹਨ। ਰਹਾਉ ਬਾਦਸ਼ਾਹ ਸ਼ਾਹ ਵਪਾਰੀ ਮਰਨਾ। ਵੱਡੇ ਵੱਡੇ ਬਾਦਸ਼ਾਹ ਸ਼ਾਹ ਔਰ ਬੜੇ ਬੜੇ ਵੱਡੇ ਵਪਾਰੀ ਬਾਦਸ਼ਾਹ ਕਹਿੰਦੇ ਸਭ ਨੇ ਇੱਕ ਦਿਨ ਮਰ ਜਾਣਾ ਔਰ ਮਰ ਗਏ ਨੇ। ਸਭ ਨੇ ਮਰਨਾ। ਸਭਨਾ ਮਰਨਾ ਆਇਆ। ਐਸਾ ਨਹੀਂ ਕਿ ਕੋਈ ਬਚੇਗਾ। ਮੌਤ ਤਾਂ ਸਾਰਿਆਂ ਦੇ ਸਿਰ ਤੇ ਆਉਣੀ ਹੈ। ਬਾਦਸ਼ਾਹ ਤੇ ਸ਼ਾਹ ਮਰ ਜਾਂਦੇ ਨੇ। ਨਾਮ ਜਪਣ ਵਾਲੇ ਨਹੀਂ ਮਰਦੇ ਦਾ ਕੀ ਮਤਲਬ ਹੈ? ਕੌਣ ਸੀ ਕਬੀਰ ਜੀ ਦੇ ਸਮੇਂ ਬਾਦਸ਼ਾਹ? ਕੀ ਕੋਈ ਜਾਣਦਾ ਹੈ ਉਹਦਾ ਨਾਮ? ਰਵਿਦਾਸ ਜੀ ਦੇ ਸਮੇਂ ਕੌਣ ਬਾਦਸ਼ਾਹ ਸੀ ਹਿੰਦੁਸਤਾਨ ਦਾ? ਨਹੀਂ ਪਤਾ ਹੋਵੇਗਾ, ਪਰ ਕਬੀਰ ਜੀ ਕੌਣ ਨੇ, ਰਵਿਦਾਸ ਜੀ ਕੌਣ ਨੇ, ਸਾਰਾ ਇੱਕ ਬੱਚਾ ਵੀ ਜਾਣੇਗਾ, ਉਹਨੂੰ ਵੀ ਪਤਾ। ਇਹਦਾ ਮਤਲਬ ਉਹ ਬਾਦਸ਼ਾਹ ਤੇ ਸ਼ਾਹ ਮਰ ਗਏ ਨੇ ਤੇ ਕਬੀਰ ਜੈਸੇ, ਰਵਿਦਾਸ ਜੈਸੇ, ਸਦਨਾ ਜੈਸੇ ਮਹਾਪੁਰਸ਼ ਉਹ ਅੱਜ ਵੀ ਮੌਜੂਦ ਨੇ। ਹਾਂਜੀ। ਜੋ ਦਿਸੈ ਸੋ ਕਾਲੈ ਖਰਨਾ। ਜੋ ਵੀ ਦਿਸ ਰਿਹਾ ਕਾਲ ਨੇ ਖੜ ਕੇ ਲੈ ਜਾਣਾ। ਆ ਮਾਝੇ ਦੇ ਇਲਾਕੇ 'ਚ ਖੜਨਾ ਕਹਿੰਦੇ, ਆਪਾਂ ਕਹਿੰਦੇ ਨਾ ਫੜ ਕੇ ਲੈ ਜਾਓ, ਉਹ ਕਹਿੰਦੇ ਖੜ ਕੇ ਲਿਆਈ ਬਈ। ਖਰਨਾ ਜੋ ਦਿਸਦਾ ਹੈ ਉਹ ਕਾਲ ਨੇ ਖੜ ਲੈਣਾ। ਕਾਲ ਨਾਮ ਮੌਤ ਦਾ ਹੈ।
ਅਕਾਲ ਨੇ, ਸਮੇਂ ਨੇ ਬਣਾਇਆ ਹੈ, ਸਮੇਂ ਨੇ ਪੈਦਾ ਕੀਤਾ ਹੈ, ਸਮਾਂ ਹੀ ਪਾਲਦਾ ਹੈ, ਅੰਤ ਉਹ ਸਮਾਂ ਹੀ ਸਮੇਟ ਲੈਂਦਾ ਹੈ, ਖਾ ਲੈਂਦਾ ਹੈ। ਹਾਂਜੀ, ਕੂੜੈ ਮੋਹ ਲਪਟ ਲਪਟਾਨਾ। ਬੜੇ ਨੇ ਜਿਹੜੇ ਝੂਠੇ ਮੋਹ ਦੇ ਵਿੱਚ ਲੱਗੇ ਹੋਏ, ਲੰਪਟ ਬਿਰਤੀ ਧਾਰਨ ਕਰਕੇ ਵਿਕਾਰਾਂ ਵਿੱਚ ਲਿਪਾਏਮਾਨ ਹੋ ਰਹੇ ਨੇ। ਹਾਂਜੀ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਜਿਸ ਵਿੱਚ ਸਾਰੀ ਜ਼ਿੰਦਗੀ ਲਪਟਿਆ ਰਿਹਾ, ਜਦੋਂ ਛੱਡ ਕੇ ਚੱਲਿਆ ਫਿਰ ਮਨ 'ਚ ਪਛਤਾਵਾ ਹੀ ਰਹਿ ਗਿਆ। ਹਾਏ ਮੈਂ ਛੱਡ ਕੇ ਜਾ ਰਿਹਾ ਸਭ ਕੁਝ। ਛੋੜ ਚੱਲਿਆ ਤਾਂ ਫਿਰ ਪਛਤਾਨਾ, ਜਦੋਂ ਛੱਡ ਕੇ ਚੱਲਿਆ ਤੇ ਫਿਰ ਪਛਤਾਵਾ ਹੋਇਆ। ਕਿਰਪਾ ਨਿਦਾਨ ਨਾਨਕ ਕੋ ਕਰੋ ਦਾਤ। ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਤੇ ਆਪਣੀ ਦਾਤ ਕਰੋ। ਹੇ ਵਾਹਿਗੁਰੂ ਜੀ ਮੇਰੇ ਤੇ ਆਪਣੀ ਦਇਆ ਦ੍ਰਿਸ਼ਟੀ ਕਰੋ। ਹੇ ਸੁਆਮੀ ਜੀ ਮੇਰੇ ਤੇ ਰਹਿਮ ਕਰੋ। ਹਾਂਜੀ, ਨਾਮ ਤੇਰਾ ਜਪੀ ਦਿਨ ਰਾਤ। ਕੀ ਦਇਆ ਕਰੋ ਕਿ ਹੇ ਪ੍ਰਭੂ ਤੁਹਾਡਾ ਅੰਮ੍ਰਿਤ ਨਾਮ ਮੈਂ ਦਿਨ ਰਾਤ ਜਪਾਂ। ਇਹ ਦਇਆ ਕਰੋ, ਇਹ ਦਾਤ ਮੈਨੂੰ ਦਿਓ ਮਹਾਰਾਜ। ਮੇਰੀ ਝੋਲੀ ਵਿੱਚ ਇਹ ਦਾਤ ਪਾਓ ਕਿ ਮੈਂ ਤੁਹਾਡੇ ਅੰਮ੍ਰਿਤ ਨਾਮ ਨੂੰ ਦਿਨ ਰਾਤ ਜਪਾਂ। ਨਾਮ ਤੇਰਾ ਜਪੀ ਦਿਨ ਰਾਤ, ਦਿਨ ਰਾਤ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਾਂ। ਇਹ ਦਾਤ ਹੈ ਸੁਆਮੀ ਜੀ ਮੈਨੂੰ ਬਖਸ਼ੋ। ਸੂਹੀ ਮਹੱਲਾ ਪੰਜਵਾ। ਘਟ ਘਟ ਅੰਤਰ ਤੁਮੈ ਬਸਾਰੇ। ਰਾਗ ਸੂਹੀ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਹੇ ਪ੍ਰਭੂ ਤੁਸੀਂ ਘਟ ਘਟ ਦੇ ਵਿੱਚ ਤੁਸੀਂ ਵਸਦੇ, ਘਟ ਘਟ ਦੇ ਅੰਤਰ, ਹਰ ਘਟ ਵਿੱਚ ਮਹਾਰਾਜ ਜੀ ਤੁਸੀਂ ਵਸਦੇ, ਤੁਹਾਡਾ ਹੀ ਵਾਸਾ ਹੈ, ਤੁਹਾਡੇ ਬਿਨਾ ਕੋਈ ਨਹੀਂ ਹੈ। ਹਾਂਜੀ, ਸਗਲ ਸਮਗਰੀ ਸੂਤ ਤੁਮਾਰੇ। ਇਹ ਜਿਤਨੇ ਵੀ ਸਮੱਗਰੀ ਹੈ, ਜਿਤਨੇ ਵੀ ਜੀਵ ਨੇ, ਸਭ ਦੇ ਵਿੱਚ ਤੁਹਾਡੀ ਆਤਮਾ ਸੂਤਰ ਬਣ ਕੇ ਪਰੋਈ ਹੋਈ। ਜਿਵੇਂ ਕਿਸੇ ਮਣਕਿਆਂ ਦੇ ਵਿੱਚ ਧਾਗਾ ਪਰੋਇਆ ਹੁੰਦਾ ਨਾ, ਸੂਤਰ, ਏਦਾਂ ਇਹ ਜਿਤਨੇ ਵੀ ਜੀਵ ਨੇ, ਸਮੱਗਰੀ ਜਿਤਨੀ ਵੀ ਇਹ ਦਿਸ ਰਹੀ ਹੈ, ਇਹਨਾਂ ਸਾਰਿਆਂ ਵਿੱਚ ਤੁਸੀਂ ਸੂਤਰ ਆਤਮਾ ਹੋ ਕੇ ਵਿਆਪਕ ਹੋ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਤੁਸੀਂ ਹੀ ਧਾਗੇ ਵਾਂਗੂ ਸਾਰਿਆਂ ਦਾ ਆਧਾਰ ਹੋ, ਆਸਰਾ ਹੋ। ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ। ਤੂੰ ਪ੍ਰੀਤਮ ਹੈ ਸਾਡਾ, ਪ੍ਰੀਤਮ, ਪ੍ਰੀਤਮ ਦਾ ਅਰਥ ਕਰਾਂਗੇ ਪ੍ਰਿਆਤਮ। ਸਾਡੀ ਆਤਮਾ ਤੋਂ ਵੀ ਤੁਸੀਂ ਸਾਨੂੰ ਪਿਆਰੇ ਹੋ। ਆਤਮਾ ਸਭ ਤੋਂ ਅਧਿਕ ਪਿਆਰੀ ਹੁੰਦੀ ਹੈ। ਕੋਈ ਮਾਰ ਨਾ ਆਵੇ, ਧਨ ਹੋਵੇ ਕੋਲ, ਕਹਿੰਦੇ ਉਹ ਧਨ ਲੈ ਜਾ ਪਰ ਜਾਨੋਂ ਨਾ ਮਾਰੀ। ਧਨ ਨਹੀਂ ਹੈ, ਉਹ ਕਹਿੰਦੇ ਲੱਤ ਬਾਂਹ ਤੋੜ ਲੈ ਪਰ ਜਾਨੋਂ ਨਾ ਮਾਰੀ। ਯਾਨੀ ਕਿ ਇੰਦਰੀਆਂ ਤੋਂ ਵੀ ਵੱਧ ਆਤਮਾ। ਤੇ ਜਿਹੜਾ ਸਾਡੀ ਆਤਮਾ ਤੋਂ ਵੀ ਵੱਧ ਪਿਆਰਾ ਹੈ ਉਹਨੂੰ ਕਹਿੰਦੇ ਨੇ ਪ੍ਰੀਤਮ। ਆਤਮਾ ਤੋਂ ਵੀ ਵੱਧ ਪਿਆਰਾ। ਮਹਾਰਾਜ ਤੁਸੀਂ ਸਾਡੇ ਪ੍ਰੀਤਮ ਹੋ ਔਰ ਸਾਡੇ ਪ੍ਰਾਣਾਂ ਦੇ ਆਧਾਰ ਹੋ। ਤੁਮ ਹੀ ਪੇਖ ਪੇਖ ਮਨ ਬਿਗਸਾਰੇ। ਮਹਾਰਾਜ ਤੁਹਾਨੂੰ ਵੇਖ ਵੇਖ ਕੇ, ਤੁਹਾਡੇ ਦਰਸ਼ਨ ਕਰ ਕਰਕੇ ਮੇਰਾ ਮਨ ਖਿੜਦਾ ਹੈ, ਮੇਰੇ ਮਨ 'ਚ ਵਿਗਾਸ ਪੈਦਾ ਹੁੰਦਾ। ਮਨ ਖਿੜਿਆ ਹਰਿਆ ਬਾਗ ਵਾਲੀ ਖੇਡ ਮੈਨੂੰ ਪ੍ਰਾਪਤ ਹੁੰਦੀ ਹੈ ਮਹਾਰਾਜ ਜਦੋਂ ਤੁਹਾਨੂੰ ਵੇਖਦਾ, ਜਦੋਂ ਤੁਹਾਡੇ ਦਰਸ਼ਨ ਕਰਦਾ। ਕਮਲ ਦਾ ਫੁੱਲ ਨਹੀਂ ਜਿਵੇਂ ਖਿੜ ਜਾਂਦਾ ਸੂਰਜ ਨੂੰ ਵੇਖ ਕੇ, ਏਦਾਂ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਖਿੜ ਜਾਂਦਾ ਹੈ, ਵਿਗਾਸ ਵਿੱਚ ਆ ਜਾਂਦਾ, ਜਾਨ ਪੈ ਜਾਂਦੀ ਹੈ ਸਰੀਰ ਵਿੱਚ। ਮਾਨੋ ਜਿਵੇਂ ਮੁਰਦਾ ਸੁਰਜੀਤ ਹੋ ਗਿਆ, ਜਿਵੇਂ ਕੋਈ ਮੁਰਦਾ ਸੁਰਜੀਤ ਹੋ ਗਿਆ। ਸਾਹਿਬ ਜੀ
ਤੁਹਾਡੇ ਦਰਸ਼ਨ ਵੇਖ ਵੇਖ ਕੇ ਮੇਰਾ ਮਨ ਵਿਗਸਦਾ ਹੈ, ਮੇਰਾ ਮਨ ਖੇੜੇ ਵਿੱਚ ਆਉਂਦਾ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ, 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 ਦਰਸ਼ਨ ਦੇਖ ਜੀਵਾ ਗੁਰ ਤੇਰਾ। ਮਹਾਰਾਜ ਜੀ ਤੁਹਾਡੇ ਦਰਸ਼ਨ ਕਰ ਕਰਕੇ ਅਸੀਂ ਜੀਵਦੇ ਹਾਂ, ਮੇਰਾ ਮਨ ਤੁਹਾਡੇ ਦੀਦਾਰ ਕਰਕੇ ਖਿੜਦਾ ਹੈ। ਰਹਾਉ ਅਨਕ ਜੋਨ ਬ੍ਰਹਮ 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 ਹਾਰੇ। ਮਹਾਰਾਜ ਅਨੇਕਾਂ ਜੋਨੀਆਂ ਚ ਭ੍ਰਮ 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 ਹਾਰੇ, ਭਰਮ ਭਰਮ ਕੇ ਹਾਰ ਗਏ ਆ, ਹੁਣ ਥੱਕ ਗਏ। ਇੱਕ ਜੋਨੀ ਵਿੱਚ ਨਹੀਂ ਭਰਮੇ ਮਹਾਰਾਜ, ਅਨੇਕਾਂ ਜੋਨੀਆਂ ਚ ਭਰਮੇ। ਇਹ ਭੁਲੇਖਾ ਹੀ ਹੈ ਬੰਦੇ ਨੂੰ ਕਿ ਮੈਂ ਸਿੱਧਾ ਬੰਦਾ ਬਣ ਗਿਆ, ਮਨੁੱਖੀ ਜੋਨੀ ਸਿੱਧੀ ਪ੍ਰਾਪਤ ਹੋ ਗਈ। ਨਹੀਂ, ਚਿੰਤਕ ਚਿੰਤਨ ਕਰਦਿਆਂ, ਸਾਧਨਾ ਕਰਦਿਆਂ ਜਦੋਂ ਗਹਿਰੇ ਉਤਰਦੇ ਨੇ ਤਾਂ ਬੀਤ ਚੁੱਕੇ ਸਮੇਂ ਵਿੱਚ ਕੀ ਹੋਇਆ ਔਰ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ, ਉਹਨਾਂ ਦੀ ਅੱਖਾਂ ਦੇ ਸਾਹਮਣੇ ਸਭ ਕੁਝ ਸਪਸ਼ਟ ਹੋ ਜਾਂਦਾ। ਉਹ ਜਦੋਂ ਵੇਖਦੇ ਨੇ ਬੀਤ ਚੁੱਕੇ ਸਮੇਂ ਵਿੱਚ ਕਿ ਕਿਤਨੀਆਂ ਜੋਨੀਆਂ 'ਚ ਭਟਕੇ ਨੇ, ਕਿਤਨੀਆਂ ਜੋਨੀਆਂ 'ਚ ਭਟਕੇ ਨੇ, ਤਾਂ ਫਿਰ ਉਹ ਕਹਿੰਦੇ ਨੇ ਅਨਕ ਜਨਮ, ਹੇ ਪ੍ਰਭੂ ਅਨੇਕਾਂ ਜਨਮਾਂ ਵਿੱਚ ਅਨਕ ਜੋਨ ਭ੍ਰਮ 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 ਹਾਰੇ। ਅਸੀਂ ਹਾਰ ਗਏ, ਹਾਰ ਗਏ, ਭਰਮ ਭਰਮ ਕੇ ਹਾਰੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਗਿਣਤੀ ਨਹੀਂ ਹੈ। ਹਾਂਜੀ, ਓਟ ਗਹੀ ਅਬ ਸਾਧ ਸੰਗਾਰੇ। ਹੁਣ ਸਾਧੂ ਜਨਾਂ ਦੀ ਸੰਗਤ ਦੀ ਓਟ ਗ੍ਰਹਿਣ ਕਰ ਲਈ ਹੈ, ਅਸੀਂ ਆਸਰਾ ਗ੍ਰਹਿਣ ਕਰ ਲਿਆ। ਕਿਉਂਕਿ ਹੁਣ ਜਦੋਂ ਹਾਰ ਗਏ ਹਾਂ, ਹੁਣ ਹਾਰੇ ਹੋਏ ਨੂੰ ਤਾਂ ਓਟ ਚਾਹੀਦੀ ਹੈ ਨਾ, ਹਾਰੇ ਹੋਏ ਨੂੰ ਤਾਂ ਆਸਰਾ ਚਾਹੀਦਾ। ਹੁਣ ਅਸੀਂ ਸਾਧ ਸੰਗਤ ਦੀ ਜਿਹੜੀ ਓਟ ਹੈ, ਆਸਰਾ, ਉਹ ਗ੍ਰਹਿਣ ਕਰ ਲਈ ਹੈ। ਅਗੰਮ ਅਗੋਚਰ ਲਖ ਅਪਾਰੇ। ਇਹ ਵਾਹਿਗੁਰੂ ਜੀ ਤੁਸੀਂ ਅਗੰਮ, ਅਗੰਮ ਅਗੋਚਰ, ਅਗਮ ਅਗੋਚਰ, ਅਗਮ ਜਿਹਦੇ ਤੱਕ ਕਿਸੇ ਦੀ ਪਹੁੰਚ ਨਾ ਹੋਵੇ, ਅਗੋਚਰ ਇੰਦਰੀਆਂ ਤੋਂ ਅਤੀਤ ਹੋ, ਅਲਖ ਹੋ, ਨਾ ਲਖੇ ਜਾਣ ਵਾਲੇ, ਅਪਾਰੇ ਪਾਰਾਵਾਰ ਤੋਂ ਰਹਿਤ ਹੋ। ਨਾਨਕ ਸਿਮਰੈ ਦਿਨ ਰਹਿ ਨਾਰੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਦਿਨ ਰਾਤ ਤੁਹਾਨੂੰ ਸਿਮਰਦਾ ਹਾਂ। ਨਾਨਕ ਸਿਮਰੈ ਦਿਨ ਰਹਿ ਨਾਰੇ, ਮੈਂ ਦਿਨ ਰਾਤ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸਿਮਰਦਾ ਹਾਂ। ਸੂਹੀ ਮਹੱਲਾ ਪੰਜਵਾ। ਕਵਨ ਕਾਜ ਮਾਇਆ ਵਡਿਆਈ। ਕਿਸੇ ਕੋਲ ਮਾਇਆ ਦੀ ਸ਼ੋਭਤ ਹੋਵੇ, ਮਾਇਆ ਦੀ ਵਡਿਆਈ ਹੋਵੇ, ਤੇ ਪਾਤਸ਼ਾਹ ਕਹਿੰਦੇ ਕਿਹੜੇ ਕੰਮ ਦੀ ਹੈ? ਕਵਨ ਕਾਜ, ਕਿਸ ਕੰਮ? ਮਾਇਆ ਵਡਿਆਈ, ਜਿਹੜੀ ਦੁਨਿਆਵੀ ਮਾਇਆ ਦੀ ਵਡਿਆਈ ਹੈ, ਉਹ ਕਿਸ ਕੰਮ ਦੀ ਹੈ? ਜਾਕੋ ਬਿਨਸਤ ਬਾਰ ਨ ਕਾਈ। ਕਿਉਂ? ਕਿਉਂਕਿ ਜਿਹੜੀ ਮਾਇਆ ਦੀ ਵਡਿਆਈ ਤੂੰ ਚੁੱਕੀ ਫਿਰਦਾ, ਇਹਦੇ ਬਿਨਸਦਿਆਂ ਕੋਈ ਦੇਰੀ ਲੱਗਣੀ ਹੈ? ਇਹਦੇ ਬਿਨਸਦਿਆਂ ਤਾਂ ਦੇਰੀ ਨਹੀਂ ਲੱਗਦੀ। ਜਿਸ ਦੇ ਬਿਨਸਦਿਆਂ ਦੇਰੀ ਨਹੀਂ ਲੱਗਣੀ, ਉਹਦੀ ਵਡਿਆਈ ਕਿਸ ਕੰਮ ਦੀ? ਕਿਸ ਕੰਮ ਦੀ ਉਹ ਵਡਿਆਈ? ਜਿਸ ਦੇ ਬਿਨਸਦਿਆਂ ਬਾਰ ਨਾ ਕਾਈ,
ਦੇਰੀ ਨਹੀਂ ਲੱਗਣੀ ਕੋਈ। ਹਾਂਜੀ, ਇਹ ਸੁਪਨਾ ਸੋਵਤ ਨਹੀਂ ਜਾਣੈ। ਇਹੋ ਸੁਪਨਾ ਸੋਵਤ ਨਹੀਂ ਜਾਣੈ। ਇਹ ਸੁਪਨੇ ਵਿੱਚ ਸੁੱਤੇ ਪਿਆ ਹੋਇਆ ਸੁਪਨਾ ਵੇਖ ਰਿਹਾ, ਔਰ ਇਹ ਜਾਣਦਾ ਨਹੀਂ ਕਿ ਇਹ ਸੁਪਨਾ ਹੈ, ਕਿਉਂਕਿ ਸੁੱਤਾ ਜੋ ਪਿਆ। ਜਾਗਦਾ ਹੁੰਦਾ ਤੇ ਪਤਾ ਲੱਗਦਾ ਵੀ ਇਹ ਸੁਪਨਾ ਸੀ। ਹੁਣ ਸੁੱਤਾ ਪਿਆ ਸੁਪਨਾ ਵੇਖ ਰਿਹਾ, ਇਸ ਕਰਕੇ ਇਹ ਗੱਲ ਜਾਣਦਾ ਨਹੀਂ। ਜੇ ਕੋਈ ਕਹਿੰਦਾ ਵੀ ਆ ਤਾਂ ਜਾਣਦਾ ਨਹੀਂ, ਕਹਿੰਦਾ ਮੈਂ ਕਿਵੇਂ ਝੂਠ ਕਹਾਂ, ਇਹ ਤਾਂ ਮੈਨੂੰ ਦਿਸ ਰਿਹਾ ਹੈ। ਪਾਤਸ਼ਾਹ ਕਹਿੰਦੇ ਸੁੱਤਾ ਪਿਆ ਸੁਪਨਾ ਵੇਖ ਰਿਹਾ, ਪਰ ਤੂੰ ਜਾਣਦਾ ਨਹੀਂ। ਅਚੇਤ ਵਿਵਸਥਾ ਮਹਿਲ ਪਟਾਨੈ। ਅਚੇਤ ਕਹਿੰਦੇ ਨੇ ਵੀ ਜਿਹੜੀ ਅਵਸਥਾ ਦੇ ਵਿੱਚ ਕੋਈ ਸੋਝੀ ਨਾ ਹੋਵੇ, ਅਚੇਤ ਸਮਝ ਨਾ ਹੋਵੇ, ਉਸ ਅਵਸਥਾ ਦੇ ਵਿੱਚ ਲਪਟਿਆ ਰਹਿੰਦਾ। ਯਾਨੀ ਕਿ ਸੁਪਨੇ ਦੀ ਅਵਸਥਾ ਅਚੇਤ ਹੀ ਹੁੰਦੀ ਹੈ ਨਾ। ਸੁਪਨੇ 'ਚ ਡਰਾਉਣੀ ਚੀਜ਼ ਹੁੰਦੀ ਹੈ, ਪਸੀਨੋ ਪਸੀਨੀ ਹੋ ਜਾਂਦਾ। ਸੁਪਨੇ ਵਿੱਚ ਹਰਸ਼ ਵਾਲੀ ਕੋਈ ਖੁਸ਼ੀ ਵਾਲੀ ਚੀਜ਼ ਵੇਖਦਾ ਤੇ ਕਈ ਵਾਰੀ ਸੁੱਤੇ ਪਿਆ ਵੀ ਮੁਸਕਰਾਉਂਦਾ ਹੁੰਦਾ। ਸੁਪਨ ਉਹ ਅਚੇਤ ਅਵਸਥਾ, ਇਹ ਜਗਤ ਸੁਪਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਨੇ ਇਸ ਜਗ ਨੂੰ ਸੁਪਨਾ ਲਿਖਿਆ ਹੈ। ਜਗ ਸੁਪਨਾ, ਔਰ ਸੁਪਨੇ ਵਿੱਚ ਮਨੁੱਖ ਹਮੇਸ਼ਾ ਅਚੇਤ ਹੁੰਦਾ, ਚੇਤਨਤਾ ਨਹੀਂ ਹੁੰਦਾ, ਅਚੇਤ ਹੁੰਦਾ। ਅਵਿਦਿਆ ਦੀ ਨੀਂਦ 'ਚ ਸੁੱਤਾ ਪਿਆ ਮਨੁੱਖ ਇਸ ਜਗਤ ਦਾ ਸੁਪਨਾ ਵੇਖ ਰਿਹਾ, ਔਰ ਇਸੇ ਅਚੇਤ ਅਵਸਥਾ ਦੇ ਵਿੱਚ ਇਹ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ। ਹਾਂਜੀ, ਰਹਾਉ ਮਹਾ ਮੋਹ ਮੋਹਿਓ ਗਾਵਾਰਾ। ਜੋ ਮਹਾ ਮੋਹ ਦੀ ਬਿਰਤੀ ਹੈ, ਇਹ ਗਾਵਾਰ ਨਾ ਸਮਝ ਮਨੁੱਖ ਉਹਦੇ ਵਿੱਚ ਮੋਹਿਆ ਹੋਇਆ, ਉਹਦੇ ਵਿੱਚ ਲੱਗਾ ਹੋਇਆ। ਪੇਖਤ ਪੇਖਤ ਊਠ ਸਿਧਾਰਾ। ਪਾਤਸ਼ਾਹ ਕਹਿੰਦੇ ਵੇਖਦਿਆਂ ਵੇਖਦਿਆਂ ਅਖੀਰ ਨੂੰ ਉੱਠ ਕੇ ਚਲਿਆ ਜਾਂਦਾ। ਸਾਡੇ ਵੇਖਦਿਆਂ ਵੇਖਦਿਆਂ ਮਹਾਰਾਜ ਕਹਿੰਦੇ ਮਨੁੱਖ ਅਖੀਰ ਨੂੰ ਸਭ ਕੁਝ ਛੱਡ ਕੇ ਇਹ ਸੰਸਾਰ ਤੋਂ ਉੱਠ ਕੇ ਕੂਚ ਕਰ ਜਾਂਦਾ ਹੈ। ਊਚ ਤੇ ਊਚ ਤਾਂ ਕਾ ਦਰਬਾਰਾ। ਮੇਰੇ ਰੱਬ ਦਾ ਦਰਬਾਰ ਉੱਚੇ ਤੋਂ ਉੱਚਾ ਹੈ, ਮੇਰੇ ਸਾਹਿਬ ਦਾ ਦਰਬਾਰ ਸਭ ਤੋਂ ਉੱਚਾ ਹੈ। ਹਮਰਾ ਠਾकुर ਸਭ ਤੇ ਉੱਚਾ, ਹਮਰਾ ਠਾकुर ਸਭ ਤੇ ਉੱਚਾ। ਠਾकुर ਸਭ ਤੇ ਉੱਚਾ, ਹਮਰਾ ਠਾकुर ਸਭ ਤੇ ਉੱਚਾ। ਸਾਡੇ ਸਾਹਿਬ ਜੀ ਉੱਚੇ ਤੇ ਉੱਚਾ ਭਗਵੰਤ, ਉੱਚੇ ਤੋਂ ਉੱਚੇ ਹਨ। ਮੇਰੇ ਸਾਹਿਬ ਦਾ ਦਰਬਾਰ ਉੱਚੇ ਤੋਂ ਉੱਚਾ ਹੈ। ਕਈ ਜੰਤ ਬਿਨਾਹੇ ਉਪਾਰਾ। ਕਈ ਕਰੋੜਾਂ ਅਰਬਾਂ ਖਰਬਾਂ ਜਨਤਾ ਨੂੰ ਵਾਹਿਗੁਰੂ ਪੈਦਾ ਕਰਦਾ ਤੇ ਵਿਨਾਸ਼ ਕਰਦਾ, ਏਡਾ ਵੱਡਾ ਉਹਦਾ ਦਰਬਾਰ ਹੈ। ਇਤਨਾ ਉੱਚਾ ਹੈ ਕਿ ਕਈ ਕਰੋੜ ਗਿਣਤੀ ਨਹੀਂ ਹੈ ਇੱਥੇ ਕਿ ਕਿਤਨੇ ਜਨਤਾ ਨੂੰ ਉਪਾਹੇ ਪੈਦਾ ਕਰਦਾ ਔਰ ਕਿਤਨਿਆਂ ਨੂੰ ਬਿਨਾਹੇ ਨਾਸ਼ ਕਰਦਾ ਹੈ। ਦੂਸਰ ਹੋਆ ਨਾ ਕੋ ਹੋਈ। ਕਹਿੰਦੇ ਦੂਸਰਾ ਨਾ ਕੋਈ ਹੈ ਤੇ ਨਾ ਹੋਵੇਗਾ। ਜਿਹੜਾ ਨਾ ਹੈ ਦਿੱਲੀ ਦੀਪਕ ਹੈ, ਉਹਦੇ ਵਰਗਾ ਦੂਸਰਾ ਨਹੀਂ ਹੈ ਕੋਈ। ਜਪ ਨਾਨਕ ਪ੍ਰਭ ਏਕੋ ਸੋਈ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਜੋ ਇੱਕ ਹੈ, ਹੇ ਮੇਰਿਆ ਮਨਾ ਉਹਨੂੰ ਜਪ, ਉਸ ਨੂੰ ਧਿਆ, ਉਸ ਨੂੰ ਆਰਾਧ, ਜੋ ਇੱਕੋ ਹੈ, ਜਿਸ ਵਰਗਾ ਕੋਈ ਦੂਜਾ ਨਹੀਂ। ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਹਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪ੍ਰਾਰੰਭ ਵਿੱਚ ਜਿਵੇਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਪਰਸੋਂ 16 ਫਰਵਰੀ ਨੂੰ ਬਸੰਤ ਪੰਚਮੀ ਦਾ ਸੁਭਾਗਾ ਦਿਨ ਹੈ, ਜਿਸ ਦਿਨ 9ਵੇਂ ਪਾਤਸ਼ਾਹ ਨੇ ਇਸ ਪਾਵਨ ਸਥਾਨ ਤੇ ਚਰਨ ਪਾ ਕੇ ਸਥਾਨ ਉਪਾਗ ਲਾਏ। ਉਹ ਸਾਲਾਨਾ ਜੋੜ ਮੇਲਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਕੱਲ ਸ਼ਾਮ ਤੋਂ ਬਾਹਰ ਦੀਵਾਨ ਹਾਲ ਦੇ ਵਿੱਚ ਦੀਵਾਨ ਸਜ ਜਾਣਗੇ। ਸਾਰੀ ਰਾਤ ਸਾਹਿਬ ਦਾ ਜਸ ਹੋਵੇਗਾ।
परसों सारा दिन हरि जस होवेगा और शाम ਨੂੰ ਤਕਰੀਬਨ 5 ਵਜੇ ਤੋਂ ਲੈ ਕੇ 11 ਵਜੇ ਤੱਕ ਬਸੰਤ ਦਰਬਾਰ ਹੋਵੇਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਮਾਗਮਾਂ ਵਿੱਚ ਹਾਜ਼ਰੀਆਂ ਭਰੋ। ਤਨ ਮਨ ਧਨ ਦੁਆਰਾ ਸੇਵਾ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।